बिस्मिल्लाहिर्रहमानिर्रहीम। अरशद लोधी कम ਦੀਆਂ ਗੱਲਾਂ ਨਾਲ ਹਾਜ਼ਰੇ ਖਿਦਮਤ ਹੈ। ਕੀ ਹਾਲ ਜੀ? ਠੀਕ ਠਾਕ ਹੋ? ਖਰੀਅਤ ਨਾਲੋ ਲੋ ਸਰ, ਅੱਜ ਤੁਹਾਨੂੰ ਇੱਕ ਬਹੁਤ ਕੀਮਤੀ ਗੱਲ ਸੁਣਾਉਣ ਲੱਗਾ। ਇੱਕ ਮਿਹਰਬਾਨੀ ਕਰਨੀ ਹੈ, ਗੱਲ ਨੂੰ ਪੂਰੀ ਸੁਣਨਾ ਤਾਂ ਕਿ ਤੁਹਾਨੂੰ ਸਮਝ ਆ ਸਕੇ ਕਿ ਗੱਲ ਮੈਂ ਕਹਿਣਾ ਕੀ ਚਾਹਨਾ ਤੇ ਗੱਲ ਦਾ ਮਕਸਦ ਕੀ ਸੀ। ਠੀਕ ਹੈ ਜੀ, ਗੱਲ ਛੱਡ ਦਿਓ ਕਿ ਸੈਂਟਰ 'ਚ ਤੇ ਕੋਈ ਸਮਝ ਨਹੀਂ ਆਣੀ ਤੇ ਸਾਡੇ ਬਣਾਉਣ ਦਾ ਕੋਈ ਫਾਇਦਾ ਨਹੀਂ, ਤੁਹਾਡੇ ਸੁਣਨ ਦਾ ਕੋਈ ਫਾਇਦਾ ਨਹੀਂਗਾ। ਲੋ ਦੋਸਤੋ, ਗੱਲ ਸ਼ੁਰੂ ਕਰੀਏ। ਇੱਕ ਬਾਦਸ਼ਾਹ ਸਲਾਮਤ ਸਨ ਤੇ ਉਹਨਾਂ ਦੇ ਮੁਲਕ ਦੇ ਵਿੱਚ ਝੂਠ ਜਿਹੜਾ ਹੈ ਉਹ ਆਮ ਹੋ ਗਿਆ। ਹਰ ਬੰਦਾ ਝੂਠ ਬੋਲਦਾ ਸੀ। ਬਾਦਸ਼ਾਹ ਸਲਾਮਤ ਨੇ ਵਜ਼ੀਰਾਂ ਨੂੰ ਬੁਲਾਇਆ, ਉਹਨਾਂ ਨਾਲ ਮਸ਼ਵਰਾ ਕੀਤਾ ਕਿ ਯਾਰ ਇਹ ਝੂਠ ਜਿਹੜਾ ਹੈ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਹਰ ਬੰਦਾ ਝੂਠ ਬੋਲਣਾ ਸ਼ੁਰੂ ਹੋ ਗਿਆ। ਮੀਟਿੰਗ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਐਲਾਨ ਕਰ ਦਿੱਤਾ ਕਿ ਜਿਹੜਾ ਬੰਦਾ ਝੂਠ ਬੋਲਦਾ ਪਤਾ ਲੱਗ ਗਿਆ ਕਿ ਝੂਠ ਬੋਲ ਰਿਹਾ ਹੈ, ਉਹਦੇ ਹੱਥ ਕੱਟ ਦਿੱਤੇ ਜਾਣਗੇ। ਠੀਕ ਹੈ ਜੀ, ਔਰ ਉਹਨੂੰ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਏਗਾ। ਲੋਕ ਬੜੇ ਪਰੇਸ਼ਾਨ ਹੋ ਗਏ ਕਿ ਝੂਠ ਬੋਲਿਆ ਤੇ ਹੱਥ ਵੀ ਕੱਟੇ ਜਾਣਗੇ ਤੇ ਸਾਰੀ ਉਮਰ ਜੇਲ੍ਹ 'ਚ ਵੀ ਗੁਜ਼ਾਰਨੀ ਪਏਗੀ ਤੇ ਬੜਾ ਮਸਲਾ ਬਣ ਜਾਏਗਾ, ਜ਼ਿੰਦਗੀ ਹਰਾਮ ਹੋ ਜਾਏਗੀ। ਖੈਰ, ਲੋਕਾਂ ਨੇ ਝੂਠ ਬੋਲਣਾ ਛੱਡ ਦਿੱਤਾ। ਜਿਸ ਵੇਲੇ ਕੋਈ ਸਾਲ 6 ਮਹੀਨੇ ਗੁਜ਼ਰੇ ਤੇ ਬਾਦਸ਼ਾਹ ਸਲਾਮਤ ਦਾ ਇੱਕ ਤਰੀਕਾਕਾਰ ਸੀ ਕਿ ਉਹ ਆਪਣੇ ਵਜ਼ੀਰਾਂ ਨੂੰ, ਆਪਣੇ ਮਸ਼ੀਰਾਂ ਨੂੰ, ਆਪਣੇ ਫੋਰਸ ਨੂੰ ਭੇਜਦੇ ਸਨ ਚੈੱਕ ਕਰਨ ਵਾਸਤੇ ਕਿ ਯਾਰ ਦੇਖੋ, ਕਿਤੇ ਕੋਈ ਬੰਦਾ ਝੂਠ ਬੋਲਦਾ ਹੋਵੇ ਤੇ ਉਹਨੂੰ ਫੜੋ ਤੇ ਉਹਨੂੰ ਸਜ਼ਾ ਦਿੱਤੀ ਜਾਏ। ਖੈਰ, ਵਕਤ ਗੁਜ਼ਰਦਾ ਰਿਹਾ। ਇੱਕ ਦਫਾ ਬਾਦਸ਼ਾਹ ਸਲਾਮਤ ਨੇ ਖੁਦ ਰੂਪ ਬਦਲ ਕੇ ਆਪਣੇ ਵਜ਼ੀਰ ਨੂੰ ਵੀ ਕਿਹਾ, ਉਹਨੂੰ ਨਾਲ ਲਿਆ, ਆਪਣਾ ਹੁਲੀਆ ਤਬਦੀਲ ਕੀਤਾ ਤਾਂ ਕਿ ਪਤਾ ਨਾ ਲੱਗ ਸਕੇ ਕਿ ਬਾਦਸ਼ਾਹ ਹੈ ਜਾਂ ਵਜ਼ੀਰ ਹੈ। ਤੇ ਆਮ ਇਨਸਾਨ ਦੇ ਹੁਲੀਏ ਦੇ ਵਿੱਚ ਉਹ ਬਾਜ਼ਾਰ 'ਚ ਚਲੇ ਗਏ। ਜਿਸ ਵੇਲੇ ਬਾਜ਼ਾਰ 'ਚ ਚਲੇ ਗਏ ਤੇ ਬਾਜ਼ਾਰ 'ਚ ਘੁੰਮਦਿਆਂ ਉਹਨਾਂ ਦੇਖਿਆ ਕਿ ਕੋਈ ਬੰਦਾ ਝੂਠ ਤੇ ਨਹੀਂ ਬੋਲ ਰਿਹਾ। ਖੈਰ, ਉਹਨਾਂ ਨੂੰ ਇੱਕ ਤਰਕੀਬ ਸੁੱਝੀ ਕਿ ਯਾਰ ਕਿਸੇ ਕੋਲ ਬਹਿ ਕੇ ਉਹਦੇ ਨਾਲ ਗੱਪਸ਼ਪ ਕੀਤੀ ਜਾਏ ਤੇ ਫਿਰ ਪਤਾ ਲੱਗੇਗਾ ਕਿ ਲੋਕ ਝੂਠ ਬੋਲਦੇ ਪਏ ਨੇ ਜਾਂ ਨਹੀਂ ਬੋਲਦੇ ਪਏ। ਖੈਰ, ਉਹ ਇੱਕ ਕੱਪੜੇ ਦੀ ਦੁਕਾਨ 'ਤੇ ਜਾ ਕੇ ਬਹਿ ਗਏ, ਉਹਦੇ ਨਾਲ ਦੁਆ ਸਲਾਮ ਕੀਤੀ, ਉਹਦੇ ਨਾਲ ਕੋਈ ਗੱਪਸ਼ਪ ਲਾਈ ਤੇ ਉਹਨੂੰ ਪੁੱਛਿਆ ਕਿ ਭਾਈਜਾਨ ਤੁਹਾਡੀ ਉਮਰ ਕਿੰਨੀ ਹੈ? ਉਹਨੇ ਕਿਹਾ ਜੀ ਮੇਰੀ ਉਮਰ 20 ਸਾਲ ਹੈ। ਬਾਦਸ਼ਾਹ ਸਲਾਮਤ ਨੇ ਵਜ਼ੀਰ ਨੂੰ ਕਿਹਾ ਸੀ ਕਿ ਜਿਹੜੀ ਗੱਲ ਉਹ ਕਰੇ ਨੋਟ ਕਰ ਲੈਣੀ ਹੈ। ਖੈਰ, ਉਹਨਾਂ ਨੇ ਇਹ ਗੱਲ ਨੋਟ ਕਰ ਲਈ। ਫਿਰ ਪੁੱਛਿਆ ਕਿ ਭਾਈਜਾਨ ਤੁਹਾਡੇ ਕੋਲ ਮਾਲੋ ਦੌਲਤ ਕਿੰਨੀ ਹੈ? ਤੇ ਉਹਨਾਂ ਨੇ ਕਿਹਾ ਕਿ ਜੀ ਮੇਰੇ ਕੋਲ 70,000 ਦਿਨਾਰ ਮੌਜੂਦ ਨੇ ਜਾਂ 70,000 ਅਸ਼ਰਫੀਆਂ ਮੌਜੂਦ ਨੇ। ਠੀਕ ਹੈ ਜੀ, ਉਸ ਵੇਲੇ ਜਿਹੜਾ ਸਿੱਕਾ ਚੱਲਦਾ ਸੀ ਰਾਜੁਲ ਵਕਤ, ਉਹੀ ਸਿਸਰਾ ਸੀ ਨਾ, ਉਹ ਵੀ ਲਿਖ ਲਿਆ। ਫਿਰ ਆਖਰੀ ਸਵਾਲ ਪੁੱਛਿਆ ਕਿ ਭਾਈਜਾਨ ਤੁਹਾਡੀ ਔਲਾਦ ਕਿੰਨੀ ਹੈ? ਉਹਨੇ ਕਿਹਾ ਜੀ ਮੇਰੀ ਔਲਾਦ ਜਿਹੜੀ ਹੈ ਉਹ ਇੱਕ ਬੇਟਾ ਹੈ। ਉਹਨਾਂ ਨੇ ਉਹ ਵੀ ਨੋਟ ਕਰ ਲਿਆ। ਉਹ ਨੋਟ ਕਰਕੇ ਉਹ ਬਾਹਰ ਨਿਕਲ ਗਏ। ਸਰਵੇ ਕਰਦੇ ਰਹੇ ਸ਼ਹਿਰ ਦੇ ਵਿੱਚ, ਬਾਜ਼ਾਰ ਦੇ ਵਿੱਚ ਫਿਰਦਿਆਂ ਉਹਨਾਂ ਨੇ ਫਿਰ ਦੁਬਾਰਾ ਜਿਹੜਾ ਉਸ ਦੁਕਾਨਦਾਰ ਦਾ ਹਮਸਾਇਆ ਸੀ ਉਸ ਦੁਕਾਨ 'ਤੇ ਚਲੇ ਗਏ। ਉਹਦੇ ਕੋਲ ਬੈਠੇ, ਉਹਦੇ ਨਾਲ ਗੱਪਸ਼ਪ ਲਾਈ। ਗੱਪਸ਼ਪ ਲਾਉਣ ਤੋਂ ਬਾਅਦ ਉਹਨਾਂ ਨੇ ਉਹਨੂੰ ਪੁੱਛਿਆ ਕਿ ਯਾਰ ਇਹ ਜਿਹੜਾ ਤੇਰਾ ਹਮਸਾਇਆ ਹੈ, ਇਹ ਕੱਪੜੇ ਦਾ ਕਾਰੋਬਾਰ ਜਿਹੜਾ ਕਰਦਾ ਹੈ? ਉਹਨੇ ਕਿਹਾ ਜੀ ਭਾਈਜਾਨ। ਉਹਨੇ ਕਿਹਾ ਇਹ ਦੱਸੋ ਕਿ ਇਹਦੀ ਉਮਰ ਕਿੰਨੀ ਕੁ ਹੋਏਗੀ? ਉਹਨੇ ਕਿਹਾ ਭਾਈਜਾਨ ਇਹਦੀ ਉਮਰ ਕੋਈ 40-45 ਸਾਲ ਹੈ। ਉਹਨੇ ਕਿਹਾ ਕਿ ਠੀਕ ਹੈ। ਉਹਨਾਂ ਨੇ ਨੋਟ ਕਰ ਲਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਕਿ ਇਹਨਾਂ ਦੇ ਬੇਟੇ ਕਿੰਨੇ ਨੇ? ਉਹਨਾਂ ਕਿਹਾ ਜੀ ਇਹਦੇ 5 ਬੇਟੇ ਨੇ। ਉਹਨਾਂ ਨੇ ਉਹ ਵੀ ਨੋਟ ਕਰ ਲਿਆ। ਫਿਰ ਅਗਲਾ ਸਵਾਲ ਨਾ ਪੁੱਛਿਆ ਕਿ ਇਹਦੇ ਕੋਲ ਮਾਲੋ ਦੌਲਤ ਕਿੰਨਾ ਕੁ ਹੋਏਗਾ? ਉਹਨਾਂ ਕਿਹਾ ਜੀ ਇਹ ਬਹੁਤ ਅਮੀਰ ਆਦਮੀ ਹੈ, ਇਹਦੇ ਕੋਲ ਬਹੁਤ ਸਾਰੀ ਜਾਇਦਾਦ ਹੈ ਤੇ ਇਹਦੀ ਜਾਇਦਾਦ ਦਾ ਕੋਈ ਅੰਦਾਜ਼ਾ ਨਹੀਂ, ਬਹੁਤ ਜ਼ਿਆਦਾ ਅਮੀਰ ਇਨਸਾਨ ਹੈ ਤੇ ਬੜੀ ਜਾਇਦਾਦ ਹੈ ਇਹਦੇ ਕੋਲ। ਉਹ ਵਜ਼ੀਰ ਨੇ ਪੁੱਛਿਆ ਕਿ ਯਾਰ 70,000 ਦਿਨਾਰ ਜਿਹੜੇ ਨੇ ਜਾਂ ਅਸ਼ਰਫੀਆਂ ਨੇ, ਆਇਆ ਉਸ ਤੋਂ ਵੀ ਜ਼ਿਆਦਾ ਨੇ? ਉਹਨੇ ਕਿਹਾ ਜੀ 70,000 ਅਸ਼ਰਫੀਆਂ ਦੇ ਕੁਛ ਵੀ ਨਹੀਂ ਗਿਆ, ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਇਹਦੇ ਕੋਲ ਮਾਲੋ ਦੌਲਤ ਹੈ। ਉਹਨਾਂ ਕਿਹਾ ਠੀਕ ਹੈ। ਉਹਨਾਂ ਉਹ ਵੀ ਨੋਟ ਕਰ ਲਿਆ। ਉਹ ਨੋਟ ਕਰਕੇ ਤੇ ਖੈਰ ਉਹ ਆਪਣੇ ਮਹਿਲ ਵਾਪਸ ਆ ਜਾਂਦੇ ਨੇ। ਮਹਿਲ ਵਾਪਸ ਆ ਕੇ ਉਹਨਾਂ ਨੇ ਆਪਣਾ ਸਰਕਾਰੀ ਖਾਤਾ ਖੋਲ੍ਹ ਲਿਆ। ਸਰਕਾਰੀ ਖਾਤੇ ਨੂੰ ਖੋਲ੍ਹਿਆ ਜਿਸ ਵੇਲੇ, ਉਹਦੇ 'ਚ ਚੈੱਕ ਕੀਤਾ, ਉਹਦਾ ਬਾਇਓਡਾਟਾ ਚੈੱਕ ਕੀਤਾ। ਜਿਸ ਵੇਲੇ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਹੁਕੂਮਤ ਵਕਤ ਕੋਲ, ਉਹ ਚੈੱਕ ਕੀਤੀ ਤੇ ਪਤਾ ਲੱਗਾ ਕਿ ਇਹਦੀ ਉਮਰ 40 ਸਾਲ ਤੋਂ ਅਬਵ ਹੈ ਔਰ ਇਹਦੇ 5 ਬੇਟੇ ਨੇ।
ਔਰ ਮਾਲੋ ਦੌਲਤ ਜਿਹੜੀ ਇਹਨੇ 70,000 ਕਿਹਾ, 70,000 ਤੇ ਦਰਕਨਾਰ ਇਹਦੇ ਕੋਲ ਬਹੁਤ ਜ਼ਿਆਦਾ ਦੌਲਤ ਹੈ, ਕਈ ਗੁਣਾ ਜ਼ਿਆਦਾ ਦੌਲਤ ਹੈ। ਮਤਲਬ ਉਹੀ ਗੱਲ ਜਿਹੜੀ ਉਹਦੇ ਹਮਸਾਏ ਨੇ ਦੱਸੀ ਸੀ ਉਸ ਤਰ੍ਹਾਂ ਹੀ ਹੈ ਕਿ ਉਹਦੇ ਕੋਲ 70,000 ਨਹੀਂ ਬਲਕਿ ਬਹੁਤ ਜ਼ਿਆਦਾ ਮਾਲੋ ਦੌਲਤ ਹੈ। ਬਾਦਸ਼ਾਹ ਸਲਾਮਤ ਔਰ ਵਜ਼ੀਰ ਨੂੰ ਇਸ ਚੀਜ਼ ਦਾ ਕਲੀਅਰ ਹੋ ਗਈ ਕਿ ਇਹ ਬੰਦਾ ਝੂਠਾ ਹੈ, ਝੂਠ ਬੋਲ ਰਿਹਾ ਹੈ, ਕਿਉਂਕਿ ਇਹਦੀ ਹਰ ਗੱਲ 'ਚ ਝੂਠ ਸੀ। ਤੇ ਫੈਸਲਾ ਕੀਤਾ ਗਿਆ ਕਿ ਇਹਦੇ ਹੱਥ ਵੀ ਵੱਢ ਦਿੱਤੇ ਜਾਣਗੇ ਔਰ ਇਹਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਵੀ ਗੁਜ਼ਾਰਨੀ ਪਏਗੀ। ਤੇ ਹੁਕਮ ਕੀਤਾ ਗਿਆ ਕਿ ਫਲਾਂ ਬੰਦੇ ਨੂੰ ਗ੍ਰਿਫਤਾਰ ਕਰਕੇ ਤੇ ਲੈ ਆਓ। ਅਗਲੇ ਦਿਨ ਉਸ ਕੱਪੜੇ ਦੀ ਦੁਕਾਨ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਜਿਸ ਵੇਲੇ ਮਹਿਲ ਦੇ ਵਿੱਚ ਲਿਆਂਦਾ ਗਿਆ, ਸਾਹਮਣੇ ਬਾਦਸ਼ਾਹ ਨੂੰ ਤੇ ਵਜ਼ੀਰ ਨੂੰ ਦੇਖ ਕੇ ਉਹ ਪਰੇਸ਼ਾਨ ਹੋ ਗਿਆ ਕਿ ਇਹ ਤੇ ਆਮ ਹੁਲੀਏ ਦੇ ਵਿੱਚ ਮੇਰੇ ਕੋਲ ਕੱਲ੍ਹ ਆਏ ਸਨ ਤੇ ਮੈਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਮੈਂ ਸੱਚ ਸਾਬਤ ਕਿਵੇਂ ਕਰਨਾ ਜਾਂ ਮੇਰੀ ਸਜ਼ਾ ਕੀ ਹੋਵੇਗੀ। ਖੈਰ ਉਹ ਜਿਸ ਵੇਲੇ ਮੁਤਮਿਨ ਹੋ ਕੇ ਬਹਿ ਗਿਆ ਤੇ ਉਹਨੂੰ ਪੁੱਛਿਆ ਗਿਆ ਕਿ ਹਾਂ ਭਈ ਤੇਰੀ ਉਮਰ ਤੇ 40 ਸਾਲ ਤੋਂ ਜ਼ਿਆਦਾ ਹੈ, ਲੇਕਿਨ ਤੂੰ ਸਾਨੂੰ ਕਿਹਾ ਕਿ ਜੀ ਮੇਰੀ ਉਮਰ 20 ਸਾਲ ਹੈ, ਤੂੰ ਝੂਠ ਬੋਲਿਆ। ਉਹਨੇ ਕਿਹਾ ਸਰ ਮੈਂ ਬਿਲਕੁਲ ਝੂਠ ਨਹੀਂ ਬੋਲਿਆ, ਮੈਂ ਇੱਕ ਗੁਨਾਹਗਾਰ ਇਨਸਾਨ ਸਾਂ ਤੇ 20 ਸਾਲ ਤੋਂ ਮੈਂ ਆਪਣੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਛੱਡ ਦਿੱਤਾ, ਰਾਹੇ ਰਾਸਤੇ ਆ ਗਿਆ ਤੇ ਮੈਂ ਆਪਣੀ 20 ਸਾਲਾ ਜ਼ਿੰਦਗੀ ਜਿਹੜੀ ਹੈ ਉਹਨੂੰ ਹੀ ਕੰਸੀਡਰ ਕਰਨਾ, ਉਹੀ ਮੰਨਣਾ, ਕਿਉਂਕਿ 20 ਸਾਲ ਹੀ ਮੇਰੀ ਜ਼ਿੰਦਗੀ ਦੇ ਐਸੇ ਨੇ ਜਿਹਦੇ 'ਚ ਮੈਂ ਅੱਲਾ ਔਰ ਉਹਦੇ ਨਬੀ ਦੇ ਮੁਤਾਬਕ ਜ਼ਿੰਦਗੀ ਗੁਜ਼ਾਰੀ ਹੈ ਔਰ ਨੇਕ ਕੰਮ ਕੀਤੇ ਨੇ। ਬਾਕੀ ਜ਼ਿੰਦਗੀ ਨੂੰ ਮੈਂ ਆਪਣੀ ਜ਼ਿੰਦਗੀ ਨਹੀਂ ਮੰਨਦਾ। ਉਹਨਾਂ ਕਿਹਾ ਠੀਕ ਹੈ। ਉਹਨੇ ਕਿਹਾ ਤੇਰੇ 4-5 ਬੇਟੇ ਨੇ, 5 ਬੇਟੇ ਨੇ ਤੇ ਤੂੰ ਕਹਿਣਾ ਪਿਆ ਕਿ ਮੇਰੇ ਇੱਕ ਬੇਟਾ ਹੈ, ਤੂੰ 4 ਬੇਟਿਆਂ ਨੂੰ ਛੁਪਾਇਆ, ਇਹ ਵੀ ਤੇ ਝੂਠ ਹੈ। ਉਹਨੇ ਕਿਹਾ ਨਹੀਂ ਜਨਾਬ, ਮੈਂ ਬਿਲਕੁਲ ਝੂਠ ਨਹੀਂ ਬੋਲਿਆ, ਮੇਰੇ ਜਿਹੜੇ 4 ਬੇਟੇ ਨੇ ਉਹ ਮੇਰੇ ਗੁਸਤਾਖ ਨੇ, ਉਹ ਬਦਕਰਦਾਰ ਨੇ, ਮੇਰੇ ਹੁਕਮ ਅਦੂਲੀ ਕਰਦੇ ਨੇ, ਨਬੀ ਕਰੀਮ ਸੱਲੱਲਾਹੁ अलैहि वसल्लम और अल्लाह ਦੇ ਹੁਕਮ ਹਕਾਮ ਨਹੀਂ ਮੰਨਦੇ, ਨਮਾਜ਼ ਨਹੀਂ ਪੜ੍ਹਦੇ, ਰੋਜ਼ਾ ਨਹੀਂ ਰੱਖਦੇ, ਕੋਈ ਨੇਕ ਕੰਮ ਨਹੀਂ ਕਰਦੇ। ਇੱਕ ਮੇਰਾ ਬੇਟਾ ਹੈ ਜਿਹੜਾ ਨੇਕੋਕਾਰ ਹੈ, ਪਰਹੇਜ਼ਗਾਰ ਹੈ ਤੇ ਮੇਰੇ ਹੁਕਮ ਨੂੰ ਵੀ ਤਵੀਲ ਕਰਦਾ ਹੈ ਔਰ ਨਬੀ ਕਰੀਮ ਸੱਲੱਲਾਹੁ अलैहि वसल्लम और अल्लाह ਦੇ ਹੁਕਮ ਨੂੰ ਵੀ ਮੰਨਦਾ ਹੈ ਔਰ ਨਮਾਜ਼ ਰੋਜ਼ਾ ਵੀ ਰੱਖਦਾ ਹੈ ਤੇ ਮੈਂ ਉਹਨੂੰ ਹੀ ਆਪਣੀ ਔਲਾਦ ਮੰਨਣਾ। ਉਹਨਾਂ ਨੇ ਉਹ ਵੀ ਨੋਟ ਕਰ ਲਿਆ। ਉਹਨਾਂ ਨੇ ਅਗਲੀ ਗੱਲ ਕੀਤੀ ਕਿ ਠੀਕ ਹੈ, ਅਗਲੀ ਗੱਲ ਇਹ ਹੈ ਕਿ ਤੂੰ ਕਿਹਾ ਕਿ ਮੇਰੇ ਕੋਲ 70,000 ਦਿਨਾਰ ਜਾਂ ਰਿਆਲ ਜਾਂ ਮਤਲਬ ਅਸ਼ਰਫੀਆਂ ਨੇ, ਮੇਰੀ ਦੌਲਤ ਜਿਹੜੀ ਹੈ, ਤੇ ਤੇਰੇ ਕੋਲ ਤੇ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਮਾਲੋ ਦੌਲਤ ਹੈ। ਉਹਨੇ ਕਿਹਾ ਸਰ ਨਹੀਂ, ਜਿਹੜੀ ਮਾਲੋ ਦੌਲਤ ਮੇਰੇ ਕੋਲ ਦੁਨਿਆਵੀ ਤੌਰ 'ਤੇ ਹੈ ਮੈਂ ਉਹਨੂੰ ਆਪਣੀ ਮਾਲੋ ਦੌਲਤ ਨਹੀਂ ਮੰਨਦਾ, ਕਿਉਂਕਿ ਮੈਂ ਜਿਸ ਵੇਲੇ ਮਰ ਜਾਵਾਂਗਾ ਇਹ ਦੌਲਤ, ਇਹ ਮਾਲੋ ਦੌਲਤ ਮੇਰੇ ਕੋਲ ਨਹੀਂ ਰਹੇਗੀ, ਮੇਰੇ ਨਾਂ ਨਹੀਂ ਰਹੇਗੀ। ਤੇ ਮੈਂ ਇੱਕ ਮਸਜਿਦ ਬਣਾਈ ਸੀ, ਉਹਦੇ 'ਤੇ 70,000 ਅਸ਼ਰਫੀਆਂ ਦਿਨਾਰ ਜਾਂ ਰਿਆਲ ਜੋ ਕਰੰਸੀ ਦਾਰੁਲ ਵਕਤ ਚਲਦੀ ਪਈ ਸੀ ਉਸ ਵਕਤ, ਉਹਨੇ ਕਿਹਾ ਜੀ ਮੈਂ ਉਹਦੇ 'ਤੇ ਖਰਚ ਕੀਤਾ ਸੀ, ਕਿਉਂਕਿ ਉਹ ਅੱਲਾ ਦੀ ਰਾਹ 'ਚ ਖਰਚ ਕੀਤਾ ਸੀ ਤੇ ਮੈਂ ਉਹਨੂੰ ਹੀ ਆਪਣੀ ਮਾਲੋ ਦੌਲਤ ਮੰਨਣਾ। ਬਾਦਸ਼ਾਹ ਸਲਾਮਤ ਔਰ ਵਜ਼ੀਰ ਨੇ ਜਿਸ ਵੇਲੇ ਉਹਦੇ ਸਾਰੇ ਸਵਾਲ ਸੁਣੇ, ਉਹਨਾਂ 'ਤੇ ਗੌਰ ਕੀਤਾ ਤੇ ਉਹਨਾਂ ਨੇ ਉਹਨੂੰ ਬੜਾ ਸ਼ਾਬਾਸ਼ ਦਿੱਤੀ ਔਰ ਉਹਦੀ ਗੱਲ ਨੂੰ ਬਿਲਕੁਲ ਤਸਲੀਮ ਕੀਤਾ ਕਿ ਤੂੰ ਜੋ ਕਹਿ ਰਿਹਾ ਬਿਲਕੁਲ ਸੱਚ ਹੈ। ਇਨਸਾਨ ਦੀ ਜ਼ਿੰਦਗੀ ਅਸਲ ਉਹੀ ਹੈ ਜਿਹੜੇ ਉੱਤੇ ਉਹ ਅੱਲਾ ਦੇ ਔਰ ਨਬੀ ਦੇ ਮੁਤਾਬਕ ਜ਼ਿੰਦਗੀ ਗੁਜ਼ਾਰੇ, ਉਹੀ ਕੰਸੀਡਰਡ ਹੈ। ਤੇ ਜਿਹੜੇ ਔਲਾਦ ਉਹਦੀ ਤਾਬਿਆਦਾਰ ਹੋਵੇ, ਫਰਮਾ ਬਰਦਾਰ ਹੋਵੇ, ਨੇਕੋਕਾਰ ਹੋਵੇ, ਉਹੀ ਔਲਾਦ ਹੈ। ਜਿਹੜੀ ਗੁਸਤਾਖ ਔਰ ਮਤਲਬ ਬਦਕਰਦਾਰ ਹੋਵੇ ਉਹਨੂੰ ਔਲਾਦ ਕਹਿਣ ਦਾ ਹੱਕ ਨਹੀਂ ਹੈ। ਤੇ ਉਹ ਦੌਲਤ ਜਿਹੜੀ ਤੁਸੀਂ ਅੱਲਾ ਦੇ ਰਾਹ 'ਚ ਇਸਤੇਮਾਲ ਕਰੋ ਉਹੀ ਤੁਹਾਡੀ ਅਸਲ ਦੌਲਤ ਹੁੰਦੀ ਹੈ। ਜਿਹੜੀ ਦੁਨੀਆ 'ਤੇ ਛੱਡ ਜਾਣੀ ਹੈ ਉਹ ਦੌਲਤ ਤੁਹਾਡੀ ਦੌਲਤ ਨਹੀਂ ਹੈ, ਕਿਉਂਕਿ ਤੁਹਾਡੇ ਮਰਨ ਤੋਂ ਬਾਅਦ ਫੌਰੀ ਤੌਰ 'ਤੇ ਉਹੀ ਦੌਲਤ ਕਿਸੇ ਹੋਰ ਦੀ ਦੌਲਤ ਹੋ ਜਾਏਗੀ, ਕਿਸੇ ਹੋਰ ਦੇ ਨਾਂ ਟਰਾਂਸਫਰ ਹੋ ਜਾਏਗੀ। ਤੇ ਦੋਸਤੋ, ਗੱਲ ਕਰਨ ਦਾ ਮਕਸਦ ਅੱਜ ਇਹੀ ਸੀ ਕਿ ਦੁਨੀਆ ਦੇ ਉੱਤੇ ਰਹਿੰਦਿਆਂ ਨੇਕੋਕਾਰ ਹੋ ਜਾਓ, ਨੇਕ ਗੱਲ ਕਰਿਆ ਕਰੋ, ਨੇਕ ਕੰਮ ਕਰਿਆ ਕਰੋ। ਅੱਲਾਹ ਤਾਲਾ ਦੇ ਹੱਕ 'ਚ, ਅੱਲਾਹ ਤਾਲਾ ਦੇ ਘਰ ਦੇ ਵਿੱਚ ਉਹੀ ਗੱਲ ਜਿਹੜੀ ਹੈ ਉਹ ਕਾਬਲੇ ਕਬੂਲ ਹੈ। ਜਿਹੜੀ ਅਸੀਂ ਨੇਕੀ ਕਰਨੇ ਆ, ਉਹ ਦੌਲਤ ਜਿਹੜੀ ਅਸੀਂ ਅੱਲਾਹ ਦੇ ਰਾਹ 'ਚ ਇਸਤੇਮਾਲ ਕਰ ਦਿੰਦੇ ਹਾਂ, ਉਹ ਔਲਾਦ ਜਿਹੜੀ ਤੁਹਾਡੀ ਨੇਕੋਕਾਰ ਹੋਵੇਗੀ ਉਹੀ ਤੁਹਾਡੇ ਵਾਸਤੇ ਫ਼ਾਇਦਾਮੰਦ ਹੋਵੇਗੀ। ਬਦਕਰਦਾਰ ਔਲਾਦ ਉਹ ਚੋਰੀ ਡਾਕੂ ਔਰ ਕਰਕੇ, ਬੇਈਮਾਨੀ ਕਰਕੇ, ਲੋਕਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਜਿਹੜੀ ਜਾਇਦਾਦ ਬਣਾਈ ਹੈ ਨਾ ਉਹ ਤੁਹਾਡੇ ਕੰਮ ਆਣੀ ਹੈ, ਨਾ ਤੁਹਾਡੀ ਜ਼ਿੰਦਗੀ ਜਿਹਦੇ 'ਚ ਤੁਸੀਂ ਗੁਨਾਹ ਕੀਤੇ ਨੇ ਉਹ ਤੁਹਾਡੇ ਕੰਮ ਆਣੀ ਹੈ। ਜ਼ਿੰਦਗੀ ਵੀ ਉਹੀ ਕੰਮ ਆਣੀ ਹੈ ਜਿਹਦੇ 'ਚ ਤੁਸੀਂ ਨੇਕੀਆਂ ਕੀਤੀਆਂ ਹੋਣ। ਤੇ ਅੱਲਾਹ ਤਾਲਾ ਸਾਨੂੰ ਸਾਰੇ ਨੇਕ ਕੰਮ ਕਰਨ ਦੀ ਤੌਫੀਕ ਦੇਵੇ। ਗੱਲ ਪਸੰਦ ਆਈ ਹੋਏ ਲਾਈਕ ਤੇ ਸ਼ੇਅਰ ਕਰ ਦਿਓ। ਤੇ ਉਹ ਦੋਸਤ ਜਿਹੜੇ ਚੈਨਲ 'ਚ ਨਵੇਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਅੱਗੇ ਰਿਕੁਐਸਟ ਹੈ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ
ਚੈਨਲ 'ਚ ਸ਼ਾਮਲ ਹੋ ਜਾਓ। ਬਸ਼ਰਤੇ ਜ਼ਿੰਦਗੀ ਕੱਲ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਖਿਦਮਤ ਹੋਵਾਂਗਾ। ਕੱਲ ਤੱਕ ਇਜਾਜ਼ਤ। ਅੱਲਾ ਹਾਫਿਜ਼।